ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਮੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਈ। ਦੋਹਰਾ ਸਾਰਦ ਬਾਰਦ ਨਾਰਦ ਹੈ, ਪਾਰਦ ਇੰਦ ਮਨਿੰਦ। ਬਾਰਣ ਰੂਪ ਕੋ ਬਾਰਣ ਬਰ, ਨਮੋ ਚਰਨ ਅਰਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੇਅੰਤ ਕੌਤਕ। ਔਰ ਅੱਗੇ ਭਾਈ ਸੰਤੋਖ ਸਿੰਘ ਜੀ ਕਵੀ ਲਿਖਦੇ ਹਨ ਕਿ ਇਸ ਤਰ੍ਹਾਂ ਸਤਿਗੁਰਾਂ ਦੇ ਗ੍ਰਹਿ ਵਿਖੇ 4 ਸਾਹਿਬਜ਼ਾਦਿਆਂ ਨੇ ਜਨਮ ਲੈ ਲਿਆ। ਬਾਬਾ ਫਤਿਹ ਸਿੰਘ ਜੀ ਦੇ ਜਨਮ ਦੀ ਵਾਰਤਾ ਪਿਛਲੇ ਦਿਨੀ ਆਪਾਂ ਸਰਵਣ ਕੀਤੀ। ਇੱਥੋਂ ਤੱਕ ਉਹਦੀ ਲਿਖਤ ਮੁਤਾਬਕ 2 ਰੁੱਤਾਂ ਪੂਰੀਆਂ ਹੋਈਆਂ। ਪਿਛਲੀ ਰਾਸ ਜਿਹੜੀ ਸੀ ਗੁਰੂ ਪਿਆਰਿਓ ਪੂਰੀ ਹੋਈ ਲਗਭਗ 50 ਅਧਿਆਇਆਂ ਦੀ। ਪਹਿਲੀ ਰਾਸ ਸੀ, ਦੂਜੀ ਰਾਸ ਆਰੰਭ ਕਰਦੇ ਹਾਂ, ਜਿਸ ਦਾ ਪਹਿਲਾ ਅਧਿਆਇਆ ਭਾਈ ਸੰਤੋਖ ਸਿੰਘ ਜੀ ਕਵੀ ਜਿਹੜੇ ਹਨ ਉਹ ਸਤਿਗੁਰਾਂ ਦੀ ਮਹਿਮਾ ਦੇ ਨਾਲ ਆਰੰਭ ਕਰਦੇ ਹਨ। ਜਿਸ ਤਰ੍ਹਾਂ ਕਿ ਕਵੀਆਂ ਦਾ ਸੁਭਾਅ ਹੁੰਦਾ ਹੈ, ਜ਼ਰੂਰੀ ਵੀ ਹੁੰਦਾ ਹੈ ਕਿ ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ। ਸੰਦਾ ਸੰਗ ਨਿਧਾਨ ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਨਾਨਕ ਹਰਿ ਗੁਣ ਗਾਏ ਅਲਖ ਪ੍ਰਭ ਲਾਖੀਐ ਦੇ ਮਹਾਵਾਕ ਅਨੁਸਾਰ ਕਵੀ ਲੋਕ ਜਿਹੜੇ ਹਨ ਗੁਰੂ ਪਿਆਰਿਓ ਸਰਸਵਤੀ ਦੇਵੀ, ਜਿਸ ਨੂੰ ਇਹ ਗਿਆਨ ਦੀ ਦੇਵੀ ਮੰਨਦੇ ਹਨ, ਔਰ ਨਾਰਦ ਮੁਨੀ ਤੋਂ ਮਤਲਬ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਇਹਨਾਂ ਨੇ ਗੁਰੂ ਮੰਨਿਆ ਆਪਣਾ। ਔਰ ਇਸ ਤਰ੍ਹਾਂ ਉਹਨਾਂ ਦੀ ਸਿਫਤ ਕਰਨ ਤੋਂ ਬਾਅਦ ਫਿਰ ਇਹ ਧੰਨ ਗੁਰੂ ਨਾਨਕ ਦੇਵ ਗੁਰੂਆਂ ਦੀ ਸਿਫਤ ਕਰਦੇ ਹੋਏ ਅਗਲੀ ਕਥਾ ਆਰੰਭ ਕਰਦੇ ਹਨ। ਆਓ ਇਸ ਕਥਾ ਦੇ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਦੋਹਰਾ ਸਾਰਦ ਬਾਰਦ ਨਾਰਦ ਹੈ, ਪਾਰਦ ਇੰਦ ਮਨਿੰਦ। ਬਾਰਣ ਰੂਪ ਕੋ ਬਾਰਣ ਬਾਰ, ਨਮੋ ਚਰਨ ਅਰਵਿੰਦ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਸਭ ਤੋਂ ਪਹਿਲਾਂ ਜਿਹੜਾ ਹੈ ਗੁਰੂ ਪਿਆਰਿਓ ਸਰਸਵਤੀ ਦੇਵੀ ਦੀ ਮਹਿਮਾ ਕਰਦੇ ਹੋਏ ਲਿਖਣਾ ਕਰਦੇ ਹਨ ਕਿ ਸਰਸਵਤੀ ਜਿਸ ਦਾ ਰੂਪ ਚਿੱਟਾ ਸਦ ਰੋਦੇ ਚਿੱਟੇ ਬੱਦਲਾਂ ਦੀ ਨਿਆਈ ਔਰ ਪਾਰੇ ਦੀ ਨਿਆਈ ਹੈ, ਔਰ ਇਸੇ ਤਰ੍ਹਾਂ ਹੀ ਚੰਦਰਮਾ ਵਰਗਾ ਸੁੰਦਰ ਸਰੂਪ ਹੈ ਜਿਸ ਦਾ ਸ੍ਰੀ ਨਾਨਕ ਅੰਗਦ ਅਮਰ ਰਾਮਦਾਸ ਅਰਜਨ। ਹਰ ਗੋਬਿੰਦ ਹਰ ਰਾਏ ਗੁਰ, ਹਰ ਕ੍ਰਿਸ਼ਨ ਹਰੀ ਕ੍ਰਿਸ਼ਨ ਭਗਵਾਨ। ਉਹ ਸੁੰਦਰ ਸਰੂਪ ਵਾਲੀ ਗਿਆਨ ਦੀ ਦੇਵੀ ਦੇ ਚਰਨਾਂ ਵਿੱਚ ਮੈਂ ਨਮਸਕਾਰ ਕਰਕੇ ਫਿਰ ਸ਼੍ਰੀ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ, ਰਾਮਦਾਸ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਹਰਗੋਬਿੰਦ ਸਾਹਿਬ ਅਤੇ ਹਰ ਰਾਏ ਜੀ, 8ਵੇਂ ਗਿਆਨ ਦੇ ਦਾਤੇ ਸਤਿਗੁਰੂ ਹਰਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ। ਤੇਗ ਬਹਾਦਰ ਦਸਮ ਗੁਰ, ਸਭ ਕੇ ਚਰਨ ਮਨਾਏ। ਫਿਰ 9ਵੇਂ ਪਾਤਸ਼ਾਹ ਤੇਗ ਬਹਾਦਰ ਮਹਾਰਾਜ ਜੀ, ਤੇਗ ਬਹਾਦਰ ਹਿੰਦ ਕੀ ਚਾਦਰ, 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਮਨਾ ਕਰਕੇ ਜੀ ਰੁੱਤ ਬਰਨਉ ਅਬ ਤੀਸਰੀ, ਜਿਮ ਦੇਵੀ ਬਿਦਤਾਈ। ਔਰ ਇਸ ਕਥਾ ਦੀ ਮੈਂ ਤੀਸਰੀ ਰੁੱਤ ਦੀ ਆਰੰਭਤਾ ਕਰਦਾ ਹਾਂ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਦੇਵੀ ਪ੍ਰਗਟ ਕਰਨ ਦਾ ਕੌਤਕ ਕੀਤਾ, ਅਸਲ ਦੇ ਵਿੱਚ ਬਹੁਤ ਸਾਰੇ ਭਰਮ ਸਤਿਗੁਰਾਂ ਨੇ ਤਰ੍ਹਾਂ ਤਰ੍ਹਾਂ ਦੇ ਕੌਤਕਾਂ ਦੇ ਨਾਲ ਦੂਰ ਕੀਤੇ ਪ੍ਰੈਕਟੀਕਲ ਰੂਪ ਵਿੱਚ, ਕਿਉਂਕਿ ਰਿਸ਼ੀਆਂ ਮਹਾਂਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ ਜੋ ਲੰਮੇ ਸਮੇਂ ਤੋਂ ਦੁਨੀਆ ਦੇ ਵਿੱਚ ਭਰਮ ਪਏ ਹੁੰਦੇ ਆ, ਉਹਨਾਂ ਨੂੰ ਕੱਢਣ ਵਾਸਤੇ ਕੋਈ ਪ੍ਰੈਕਟੀਕਲ ਕਰਨਾ ਪੈਂਦਾ। ਜਿਵੇਂ ਮੈਂ ਇੱਥੇ ਆਪ ਜੀ ਨਾਲ ਸਾਂਝਾ ਕਰਾਂ ਭਗਤ ਕਬੀਰ ਸਾਹਿਬ ਜੀ ਦਾ ਪ੍ਰੈਕਟੀਕਲ। ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਦਾ ਜਨਮ ਹੋਇਆ, ਜਿਹੜਾ ਉਹ ਗੁਰੂ ਪਿਆਰੋ ਕਾਸ਼ੀ ਦੇ ਇਲਾਕੇ ਵਿੱਚ ਹੋਇਆ, ਔਰ ਸਗਲ ਜਨਮਸ਼ੇ ਪੁਰੀ ਗਵਾਇਆ ਤੇ ਮਰਤੀ ਵਾਰ ਮਗਹਰ ਉਠਿਆਇਆ। ਹੁਣ ਜਿਹੜੀ ਮਗਹਰ ਦੀ ਭੂਮੀ ਸੀ ਕਾਸ਼ੀ ਥੋੜੀ ਦੂਰੀ ਦੇ ਉੱਤੇ, ਉਸ ਸਮੇਂ ਦੇ ਬ੍ਰਾਹਮਣਾਂ ਨੇ ਜਾਣਬੁੱਝ ਕੇ ਲੋਕਾਂ ਵਿੱਚ ਇਹ ਭਰਮ ਪਾ ਦਿੱਤਾ ਸੀਗਾ ਕਿ ਸਾਡੀ ਕਾਸ਼ੀ ਦੇ ਵਿੱਚ ਵਸੋਂ ਜ਼ਿਆਦਾ ਹੋ ਜਾਵੇ, ਤਾਂ ਇਸ ਕਰਕੇ ਉਹਨਾਂ ਨੇ ਇੱਕ ਵਹਿਮ ਪਾ ਦਿੱਤਾ ਲੋਕਾਂ ਵਿੱਚ, ਜਿਹੜਾ ਕਿ ਉਸ ਹੜੰਬੇ ਦੀ ਧਰਤੀ 'ਤੇ ਜਾ ਕੇ ਮਰੇਗਾ, ਮਗਹਰ ਦੀ ਭੂਮੀ ਵੀ ਜਾ ਕੇ ਮਰੇਗਾ, ਉੱਥੇ ਵਸੇਗਾ, ਉਹ ਗਰੇ ਦੀ ਜੂਨ 'ਚ ਪਵੇਗਾ, ਤੇ ਜਿਹੜਾ ਕਾਸ਼ੀ 'ਚ ਵਸੇਗਾ ਉਹਦੀ ਮੁਕਤੀ ਕਰੇਗੀ ਗੰਗਾ। ਇਹ ਸ਼ਿਵ ਦੀ ਪੁਰੀ ਹੈ। ਤੇ ਬਹੁਤ ਸਾਰੇ ਲੋਕ ਵਿਚਾਰੇ ਭਰਮਾਂ ਭੁਲੇਖਿਆਂ ਦੇ ਮਾਰੇ ਹੋਏ ਇੱਧਰ ਨੂੰ ਆਉਣ ਲੱਗੇ, ਔਰ ਹੜੰਬੇ ਦੀ ਧਰਤੀ ਜਿਹੜੀ ਸੀ ਉਹ ਉਜੜ ਗਈ ਹੈ। ਉਸ ਤੋਂ ਬਾਅਦ ਕੀ ਹੋਇਆ, ਭਗਤ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ, ਸਾਰੀ ਜ਼ਿੰਦਗੀ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਬਤੀਤ ਕੀਤੀ ਆ। ਉਸ ਤੋਂ ਬਾਅਦ ਅੱਜ ਉਹਨਾਂ ਨੇ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਇਹ ਦੱਸਿਆ ਹੈ ਕਿ ਜਿਸ ਤਰ੍ਹਾਂ ਸਾਰੀ ਜ਼ਿੰਦਗੀ ਆਪਾਂ ਕਾਸ਼ੀ ਦੇ ਵਿੱਚ ਕੱਟੀ ਆ, ਹੁਣ ਆਪਾਂ ਆਖਰੀ ਸਮਾਂ ਜਿਹੜਾ ਹੈ ਉਹ ਆਪਾਂ ਨੇ ਮਗਹਰ ਦੀ ਭੂਮੀ ਵਿੱਚ ਜਾ ਕੇ ਬਤੀਤ ਕਰਨਾ ਹੈ। ਤੇ ਸੇਵਕ ਕਹਿਣ ਲੱਗੇ, ਉਹਨਾਂ ਦੇ ਸੰਗੀ ਸਾਥੀ ਦੋਸਤ ਮਿੱਤਰ ਕਹਿੰਦੇ, ਵਾਹ ਮਹਾਰਾਜ, ਇਹ ਬ੍ਰਾਹਮਣ ਤਾਂ ਕਹਿੰਦੇ ਆ ਉੱਥੇ ਜਾਣ ਵਾਲਾ ਗਧੇ ਜੂਨ 'ਚ ਪੈਂਦਾ, ਤੇ ਤੁਸੀਂ ਸਾਰੀ ਜ਼ਿੰਦਗੀ ਇੱਥੇ ਕੱਟੀ ਆ, ਆਖਰੀ ਸਮਾਂ ਇੱਥੇ ਕੱਟੋ। ਕਹਿੰਦੇ ਨਹੀਂ, ਆਪਾਂ ਉੱਥੇ ਕੱਟਣਾ ਆਖਰੀ ਸਮਾਂ। ਕਹਿੰਦੇ ਕਾਰਨ ਦੱਸੋ। ਕਾਰਨ ਇਹ ਕਿ ਜੇ ਨਾਮ ਹੈ ਜਿਹੜਾ ਉਹ ਸਾਡੀ ਮੁਕਤੀ ਨਹੀਂ ਕਰ ਸਕਦਾ ਕਿਸੇ ਧਰਤੀ ਦੇ ਕਾਰਨ, ਤਾਂ ਫਿਰ ਨਾਮ ਜਪਣ ਦਾ ਕੀ ਫਾਇਦਾ। ਨਾਮ ਦੀ ਮਹਿਮਾ ਦੱਸਣ ਵਾਸਤੇ ਕਬੀਰ ਸਾਹਿਬ ਜੀ ਨੇ ਜਾਣ ਬੁੱਝ ਕੇ ਆਖਰੀ ਸਮਾਂ ਉੱਥੇ ਜਾ ਕੇ ਬਤੀਤ ਕੀਤਾ ਹੈ, ਤਾਂ ਕਿ ਲੋਕਾਂ ਦੇ ਦਿਮਾਗ 'ਚੋਂ ਇਹ ਵਹਿਮ ਨਿਕਲ ਜਾਣ ਕਿ ਮਗਹਰ ਦੀ ਧਰਤੀ ਜਾਂ ਕਾਸ਼ੀ ਧਰਤੀ ਕੋਈ ਮਾੜੀ ਨਹੀਂ ਹੁੰਦੀ। ਬੰਦੇ ਦੇ ਚਾਲ ਚੱਲਣ, ਬੰਦੇ ਦੇ ਕਰਮ ਮਾੜੇ ਹੁੰਦੇ ਆ। ਮਾੜੇ ਕਰਮ ਹੀ ਟੇਢੀਆਂ ਜੂਨਾਂ 'ਚ ਲੈ ਕੇ ਜਾਂਦੇ ਆ, ਚੰਗੇ ਕਰਮ ਉਸ ਦਾ ਉਧਾਰ ਕਰਦੇ ਆ। ਕਬੀਰ ਸਾਹਿਬ ਜੀ ਦਾ ਬਚਨ ਹੈ, ਪਹਿਲੇ ਦਰਸ਼ਨ ਮਗਹਰ ਪਾਇਓ, ਫੁਨ ਕਾਸ਼ੀ ਬਸੈ ਆਈ, ਜੈਸਾ ਮਗਹਰ ਤੈਸੀ ਕਾਸ਼ੀ, ਹਮ ਏਕੈ ਕਰ ਜਾਨੀ। ਇਸ ਤਰ੍ਹਾਂ ਕਬੀਰ ਸਾਹਿਬ ਜੀ ਬਖਸ਼ ਕਰਦੇ ਹਨ
ਕਿ ਹੁਣ ਆਪਾਂ ਨੇ ਮਗਹਰ ਦੀ ਭੂਮੀ ਵੀ ਜਾਣਾ ਹੈ, ਤਾਂ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾਗਾ, ਕਿਉਂਕਿ ਸਾਡੇ ਕੋਲ ਨਾਮ ਦੀ ਦਾਤ ਹੈ, ਪਰਮੇਸ਼ਰ ਦੀ ਬਖਸ਼ੀ ਹੋਈ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਨ न करते अपने गुर प्रसादे, अब तो जाए चढ़े सिंहासन मिले हैं सारंग पानी, राम कबीरा एक भय है कोई न सके पछाणी। तो कबीर साहब जी उस महान अवस्था ਨੂੰ ਪ੍ਰਾਪਤ ਕਰ ਚੁੱਕੇ ਹੈ, ਪਰ ਜਨਤਾ ਦਾ ਭਰਮ ਕੱਢਣ ਵਾਸਤੇ ਜਾਣ ਬੁੱਝ ਕੇ ਕਾਂਸੀ ਛੱਡ ਕੇ ਆਖਰੀ ਸਮਾਂ ਉਹਨਾਂ ਨੇ ਮਗਹਰ ਦੀ ਭੂਮੀ ਵਿੱਚ ਬਤੀਤ ਕੀਤਾ ਹੈ। तो ਇਸੇ ਤਰ੍ਹਾਂ ਹੀ ਇਹ ਜਿਹੜੀ ਅਗਲੀ ਰਚਨਾ ਹੈ, ਇਹਦੇ ਵਿੱਚ ਸਤਿਗੁਰ ਦੇਵੀ ਦੇ ਪ੍ਰਗਟ ਕਰਨ ਦਾ ਕੌਤਕ ਕਰਦੇ ਹਨ। ਸ਼ਾਇਦ ਇਹ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਤਰ੍ਹਾਂ ਦਾ ਭੁਲੇਖਾ ਹੀ ਕੱਢਣ ਦੇ ਲਈ ਇਹ ਕੌਤਕ ਕੀਤਾ, ਭਾਵੇਂ ਇਸ ਦੇ ਉੱਤੇ ਸਤਿਗੁਰਾਂ ਦਾ ਲੱਖਾਂ ਰੁਪਈਆ ਖਰਚ ਵੀ ਹੋਇਆ ਹੈ। आओ इस कथा ਨੂੰ ਆਰੰਭ ਕਰਦੇ ਹਾਂ। ਨਿਜ ਖੋਜਨ ਹਿਤ ਸਤਿਗੁਰੂ ਚਿਤਵਿਤ ਅਨ ਕਿਉ ਪਾਈ, ਮਖ ਮਿਸ ਕਰ ਬਹੁ ਦੇਸ਼ ਤੇ ਲੀਨੇ ਬ੍ਰਿੰਦ ਬੁਲਾਈ। ਉਹ ਮਿਸ ਦਾ ਮਤਲਬ ਬਹਾਨਾ, ਤੇ ਬਹਾਨਾ ਜਿਹੜਾ ਹੁੰਦਾ ਉਹ ਸੱਚਾ ਨਹੀਂ ਹੁੰਦਾਗਾ, ਕਈ ਵਾਰੀ ਝੂਠਾ ਹੁੰਦਾ, ਬਸ ਬਹਾਨੇ, ਕਿਸੇ ਕੰਮ ਦੇ ਬਹਾਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਦੇਖਿਆ ਕਿ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਜਿਹੜੀ ਅਧੋਗਤੀ ਆ ਚੁੱਕੀ ਹੈ, ਜਿਹੜੀ ਇਹਨਾਂ ਵਿੱਚ ਨੀਚਤਾ ਆ ਚੁੱਕੀ ਹੈ, ਇਹਨਾਂ ਦੇ ਕਰਮ ਦੇਖਣੇ ਚਾਹੀਏ। ਪਹਿਲਾਂ ਆਪਣੇ ਸਿੱਖਾਂ ਦੀ ਵੀ ਉਹਨਾਂ ਨੇ ਪ੍ਰੀਖਿਆ ਕੀਤੀ ਆ, ਅੱਗੇ ਵੀ ਪ੍ਰੀਖਿਆ ਲਈ ਆ। ਗੁਰੂ ਪਿਆਰਿਓ ਆਨੰਦਪੁਰ ਦੇ ਕਿਲੇ ਦੇ ਵਿੱਚ ਵੀ ਪ੍ਰੀਖਿਆ ਲਈ ਆ, ਜਿੱਥੇ ਸਿੱਖਾਂ ਨੇ ਗੁਰੂ ਪਿਆਰਿਓ ਭੁੱਖੇ ਭਾਣੇ ਰਹਿ ਕੇ, ਲੱਪ ਛੋਲਿਆਂ ਦੀ ਖਾ ਕੇ ਐਸੀ ਤਲਵਾਰ ਵਾਹੀ ਆ ਕਿ ਦੁਸ਼ਟਾਂ ਨੂੰ ਲੋਹੇ ਦੇ ਚਣੇ ਚਵਾ ਦਿੱਤੇ। ਉਸ ਵੇਲੇ ਕਹਿੰਦੇ ਕੁਬੇਰ ਨੇ ਪੁੱਛਿਆ, ਮਹਾਰਾਜ ਕਹੋ ਤਾਂ ਮੈਂ ਸਿੱਧੇ ਹੀ ਖਜ਼ਾਨੇ, ਸਿੱਧੇ ਹੀ ਭੋਜਨ ਕਿਲੇ ਵਿੱਚ ਲਾ ਦਿੰਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਮੈਂ ਸਿੱਖ ਨੂੰ ਇਤਨਾ ਸਮਰੱਥ ਕਰਨਾ ਹੈ ਕਿ ਇਹ ਕਈ ਦਿਨ ਭੁੱਖਾ ਰਹਿ ਕੇ ਵੀ ਜੰਗ ਕਰ ਸਕੇ, ਮੈਂ ਇੱਥੋਂ ਤੱਕ ਸਿੱਖ ਨੂੰ ਲੈ ਕੇ ਜਾਣਾ ਹੈ। ਤਾਂ ਇਸ ਕਰਕੇ ਹੁਣ ਸਤਿਗੁਰਾਂ ਨੇ ਕੋਸ਼ਿਸ਼ ਕੀਤੀ ਹੈ, ਇੱਕ ਬਹਾਨਾ ਬਣਾਇਆ ਬ੍ਰਾਹਮਣਾਂ ਨੂੰ ਪਰਖਣ ਦਾ। ਦੇਖਾ ਭਲਾ ਬ੍ਰਾਹਮਣਾਂ ਦੇ ਵਿੱਚ ਕਿਤਨਾ ਕੁ ਇਹਨਾਂ ਦੇ ਵਿੱਚ ਧਰਮ ਹੈ। ਮੱਖ ਮਿਸ ਕਹਿੰਦੇ ਇੱਕ ਯੱਗ ਦਾ ਬਹਾਨਾ ਬਣਾ ਕੇ ਦੇਸ਼ ਵਿੱਚੋਂ ਬ੍ਰਾਹਮਣਾਂ ਨੂੰ ਸੱਦੇ ਦਿੱਤੇ ਜੀ। ਧਨ ਦੇਹ ਕਨੋ ਸਭ ਸੰਗ ਭਨਿਓ, ਇਮ ਦੇਸ਼ ਵਿਦੇਸ਼ ਮਝਾਰ ਸੁਨਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਨੇਹੇ ਭੇਜੇ ਮਸੰਦਾਂ ਦੇ ਰਾਹੀਂ ਜਾਂ ਆਈਆਂ ਹੋਈਆਂ ਸਿੱਖ ਸੰਗਤਾਂ ਦੇ ਰਾਹੀਂ, ਜਾਓ ਭਾਈ ਕਹਿ ਦਿਓ ਜਿੱਥੇ ਕਿਤੇ ਬ੍ਰਾਹਮਣ ਵਸਦੇ ਆ ਔਰ ਸਾਰੇ ਬ੍ਰਾਹਮਣ ਸਾਡੇ ਕੋਲ ਆਉਣ, ਮੈਂ ਸਭ ਨੂੰ ਬਹੁਤ ਸਾਰੀ ਮਾਇਆ ਦੇਣੀ ਕਰਾਂਗਾ। ਜੇ ਆਗਮ ਵੇਦ ਸ਼ਰੂਤੀ ਬਿਤ ਜੇ ਬਿਤ ਭੇਦ ਖੜੰਗਨ ਕੇ ਜਿਤ ਜੀ। ਕਹਿਣ ਲੱਗੇ ਜਿਹੜੇ ਬ੍ਰਾਹਮਣ ਵੇਦਾਂ ਦਾ ਬਖਤੇ ਹਨ, ਜਿਹੜੇ ਸ਼ਾਸਤਰਾਂ ਦਾ ਗਿਆਨ ਰੱਖਦੇ ਹਨ, ਨਿਪੁੰਨ ਹਨ, ਵੇਦਾਂ ਦੇ 6 ਅੰਗਾਂ ਦੇ ਬਾਰੇ, ਭੇਦਾਂ ਬਾਰੇ ਜਾਣਨਾ ਕਰਦੇ ਹਨ, ਉਹ ਸਾਰੇ ਸਾਡੇ ਕੋਲ ਆਉਣਾ ਕਰੋ ਜੀ। ਤਾਂ ਸਤਿਗੁਰਾਂ ਨੇ ਮਸੰਦਾਂ ਦੇ ਰਾਹੀਂ, ਸਿੱਖਾਂ ਦੇ ਰਾਹੀਂ ਇਹ ਸੁਨੇਹੇ ਭਾਰਤ ਵਰਸ਼ ਵਿੱਚ ਫੈਲਾ ਦਿੱਤੇ ਜੀ। ਸਭ ਵੇਦ ਸੁਮੰਤਰਣ ਗਿਆਤ ਧਰੈ, ਜਿਨ ਕੋ ਪਠ ਦੇਵ ਪ੍ਰਸੰਨ ਕਰੈ। ਹਾਂ, ਜਿਹੜੇ ਵੀ ਵੇਦਾਂ ਦੇ ਮੰਤਰਾਂ ਨੂੰ ਜਾਣਦੇ ਹਨ, ਗਿਆਤ ਭਾਵ ਗਿਆਨ ਰੱਖਦੇ ਹਨ, ਜਿਨ੍ਹਾਂ ਮੰਤਰਾਂ ਨਾਲ ਉਹ ਕਹਿੰਦੇ ਅਸੀਂ ਦੇਵਤਿਆਂ ਨੂੰ ਪ੍ਰਸੰਨ ਕਰ ਲੈਂਦੇ ਹਾਂ। ਹਵਨਾਦਿਕ ਰੀਤ ਪਛਾਨਤ ਹੈ, ਸਭ ਪੂਜਨ ਕੀ ਵਿਦ ਜਾਣਤ ਹੈ। ਜੇ ਵੀ ਧਰਮ ਦੇ ਹਿੰਦੂ ਮਤ ਦੇ ਮੁਤਾਬਕ ਵੇਦਾਂ ਦੇ ਰਾਹੀਂ ਹਵਨ ਆਦਿ ਕਰਨੇ, ਪੂਜਨ ਆਦਿ ਕਰਨੀ, ਜਿਹੜੇ ਲੋਕ ਇਹ ਵਿਧੀਆਂ ਜਾਣਦੇ ਹਨ, ਸਾਰੇ ਸਾਡੇ ਕੋਲ ਆਉਣਾ ਕਰੋ ਜੀ। ਹੁਣ ਗ੍ਰਾਮਪੁਰ ਗ੍ਰਾਮਨ ਮਾਨਵ ਭੇਜ ਦੀਏ, ਨਿਜ ਸਨੇਰ ਕੇ ਦੂਰ ਰਹਿ ਜਾਣ ਲੀਏ। ਸਾਰੇ ਨਗਰਾਂ ਪਿੰਡਾਂ ਦੇ ਵਿੱਚ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਇਹ ਸੁਨੇਹੇ ਲਾ ਦਿੱਤੇ ਹਨ ਕਿ ਜਾ ਕੇ ਸੁਨੇਹੇ ਦਿਓ, ਜਿੱਥੇ ਜਿੱਥੇ ਬ੍ਰਾਹਮਣ ਵੱਸਦੇ ਹਨ ਸਾਡੇ ਕੋਲ ਆਉਣ। ਮੈਂ ਇਹ ਵੀ ਸੁਣਿਆ ਕਿ ਇਹਨਾਂ ਬ੍ਰਾਹਮਣਾਂ ਨੇ ਇੱਕ ਰੌਲਾ ਪਾ ਦਿੱਤਾ ਸੀਗਾ, ਜਿਸ ਦੇ ਨਾਲ ਸਿੱਖਾਂ ਵਿੱਚ ਇੱਕ ਗੱਲ ਪੈਦਾ ਕਰ ਦਿੱਤੀ ਕਿ ਜੇ ਤੁਸੀਂ ਚੰਡੀ ਦੇਵੀ ਨੂੰ ਪ੍ਰਗਟ ਕਰ ਲਓ ਤੇ ਤੁਸੀਂ ਬਹੁਤ ਤਕੜੇ ਹੋ ਸਕਦੇ ਹੋ। ਹੁਣ ਸਿੱਖਾਂ ਦੇ ਅੰਦਰ ਵੀ ਇਹ ਗੱਲ ਘਰ ਕਰ ਗਈ। ਇਹ ਗੱਲ ਸਤਿਗੁਰਾਂ ਦੇ ਕੋਲ ਵੀ ਕਦੇ ਕਦੇ ਜਾਂਦੀ ਆ। ਸਤਿਗੁਰਾਂ ਨੂੰ ਵੀ ਪਤਾ ਲੱਗ ਗਿਆ ਕਿ ਸਿੱਖਾਂ ਦੇ ਦਿਮਾਗ ਦੇ ਵਿੱਚ ਇਹਨਾਂ ਲੋਕਾਂ ਨੇ ਭਰਮ ਪਾਇਆ। ਸਮੇਂ ਸਮੇਂ ਤੇ ਇਹਨਾਂ ਲੋਕਾਂ ਨੇ ਭਰਮ ਪਾਉਣੇ ਕੀਤੇ। ਅੱਜ ਦੀ ਗੱਲ ਨਹੀਂ, ਜਾਂਦੇ ਆਰੀਅਨ ਲੋਕ
ਇਸ ਭਾਰਤ ਵਰਸ਼ ਦੇ ਵਿੱਚ ਆਏ ਹਨ। ਜਦੋਂ ਦਾ ਉਹਨਾਂ ਨੇ ਇਸ ਇਲਾਕੇ ਦਾ ਵਾਤਾਵਰਨ ਸੁੰਦਰ ਦੇਖਿਆ, ਇੱਥੇ ਕਬਜ਼ਾ ਕਰਦਿਆਂ ਹੋਇਆਂ ਇੱਥੋਂ ਦੇ ਲੋਕਾਂ ਨੂੰ ਸ਼ੂਦਰ ਬਣਾ ਦਿੱਤਾ, ਛਤਰੀ ਬਣਾ ਦਿੱਤਾ, ਕਿਸੇ ਨੂੰ ਕੁਛ ਕਹਿ ਦਿੱਤਾ, ਕਿਸੇ ਨੂੰ ਕੁਛ ਕਹਿ ਦਿੱਤਾ, ਤੇ ਆਪ ਇੱਥੇ ਬ੍ਰਾਹਮਣ ਬਣ ਕੇ ਮੁਖੀ ਬਣ ਬੈਠੇ। ਇਸ ਕਰਕੇ ਸਮੇਂ-ਸਮੇਂ 'ਤੇ ਇੱਥੋਂ ਦੇ ਵਾਸੀਆਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਭਰਮ ਪਾਏ ਜਾਂਦੇ ਸੀ। ਤਾਂ ਸਤਿਗੁਰਾਂ ਨੇ ਇਹਨਾਂ ਬ੍ਰਾਹਮਣਾਂ ਦੇ ਪਾਏ ਹੋਏ ਭਰਮਾਂ ਨੂੰ ਕੱਢਣ ਦੇ ਲਈ ਇੱਕ ਪ੍ਰੈਕਟੀਕਲ ਕਰਨ ਦੀ ਸਲਾਹ ਕੀਤੀ ਆ। ਕਹਿੰਦੇ ਜਿਹੜੇ ਬ੍ਰਾਹਮਣ ਵੇਦਾਂ ਦੇ ਵਕਤੇ ਹਨ, ਵੇਦਾਂ ਦੇ ਭੇਦ ਜਾਣਦੇ ਹਨ, ਜਿਹੜੇ ਸੋਚਦੇ ਹਨ ਕਿ ਅਸੀਂ ਵੇਦਾਂ ਦੀ ਪੂਜਾ ਅਰਚਨਾ ਕਰਕੇ ਬ੍ਰਹਮਾ ਵਰਗਿਆਂ ਨੂੰ ਵਿਧੀ ਜਿਹੜਾ ਹੈ ਗੁਰੂ ਪਿਆਰਿਓ ਜਾਣਦੇ ਹਨ, ਉਹ ਸਾਡੇ ਕੋਲ ਆ ਜਾਣ। ਸਭ ਕੋ ਬੁਲਵਾਏ ਆਨੰਦਪੁਰੀ, ਬਹੁ ਆਵਤ ਭੇ ਵੱਡ ਮੇਲ ਕਰੇ। ਜਦੋਂ ਇਹ ਸੁਨੇਹੇ ਗੁਰੂ ਪਿਆਰਿਓ ਬ੍ਰਾਹਮਣਾਂ ਨੇ ਸੁਣੇ ਤੇ ਬ੍ਰਾਹਮਣਾਂ ਨੇ ਤਾਂ ਮੰਨਦੀ ਹੋ ਗਈ ਗੱਲ ਵੀ ਆ ਤਾਂ ਵਧੀਆ ਗੱਲ ਬਣੀ। ਪਿੱਛੇ ਆਪਾਂ 9ਵੇਂ ਪਾਤਸ਼ਾਹ ਜੀ ਦੀ ਕਥਾ ਸਰਵਣ ਕੀਤੀ ਸੀ। ਜਦੋਂ ਗੁਰੂ ਪਿਆਰਿਓ ਹਰਿਦੁਆਰ ਦੇ ਵਿੱਚੋਂ ਲੰਘੇ ਸਨ ਮੇਰੇ ਪ੍ਰੀਤਮ ਜੀ, ਤਾਂ ਇਹਨਾਂ ਬ੍ਰਾਹਮਣਾਂ ਨੇ ਉਹਨਾਂ ਨੂੰ ਸਰਬੰਸ ਦਾਨ ਕਰਨ ਦੇ ਲਈ ਕਹਿ ਦਿੱਤਾ। ਧੰਨ ਗੁਰੂ ਤੇਗ ਬਹਾਦਰ ਜੀ ਨੇ ਵੀ ਜੋ ਇਕੱਠਾ ਹੋਇਆ ਸੀ ਸਾਰਾ ਉਹਨਾਂ ਨੂੰ ਦਿੱਤਾ, ਕਿਉਂਕਿ ਇਹ ਬੜੇ ਚਲਾਕ ਹਨ ਔਰ ਇਸ ਤਰ੍ਹਾਂ ਚਲਾਕੀ ਦੇ ਨਾਲ ਸੰਸਾਰ ਨੂੰ ਲੁੱਟਦੇ ਆ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਬ੍ਰਾਹਮਣਾਂ ਦੇ ਤਾਂ ਮਨ ਦੀ ਗੱਲ ਹੋ ਗਈ ਆ ਬਈ ਗੁਰੂ ਗੋਬਿੰਦ ਸਿੰਘ ਸਾਨੂੰ ਬਹੁਤ ਸਾਰੀ ਮਾਇਆ ਦੇਣਗੇ, ਕਿਆ ਨੇੜੇ ਕਿਆ ਦੂਰ। ਜਿਹਨੂੰ ਵੀ ਪਤਾ ਲੱਗਿਆ ਉਹ ਆਨੰਦਪੁਰੀ ਸਾਹਿਬ ਨੂੰ ਆਉਣ ਲੱਗਿਆ ਜੀ। ਇਸ ਪੂਰਬ ਕੇ ਪੁਰ ਕੌਣ ਗਨੇ, ਸ਼ਿਵ ਕੋ ਪੁਰ ਆਉ ਬਰ ਮਥੁਰਾਦ ਕਨੇ। ਕਹਿਣ ਲੱਗੇ ਚੜ੍ਹਦੇ ਵਾਲੇ ਪਾਸੇ ਦੇ ਕਿਹਾ ਦੱਸਾਂ, ਸ਼ਿਵ ਨੂੰ ਮੰਨਣ ਵਾਲੇ, ਸ਼ਿਵਪੁਰੀ ਭਾਵ ਕਾਂਸ਼ੀ ਦੇ ਰਹਿਣ ਵਾਲੇ, ਔਰ ਮਥੁਰਾ ਦੇ ਰਹਿਣ ਵਾਲੇ, ਕਿਉਂਕਿ ਆਪ ਜੀ ਨੇ ਵੇਖਿਆ ਮਥੁਰਾ ਬਿੰਦਰਾਵਨ 'ਚ ਬੜੇ ਹੀ ਮੰਦਿਰ ਹਨ। ਉਹਨਾਂ ਜਗ੍ਹਾ ਦੇ ਉੱਤੇ ਜਿਹੜੇ ਸਨ ਬ੍ਰਾਹਮਣ ਵਸਦੇ ਸਨ। ਇਸ ਤਰ੍ਹਾਂ ਕਾਂਸ਼ੀ ਵਾਲੇ, ਮਥੁਰਾ ਵਾਲੇ। ਸੁਨ ਔਦ ਪ੍ਰਯਾਗ ਦਿੱਲੀ, ਜੋ ਭਲੇ ਸੁਨ ਕੈ ਗੁਰ ਕੋ ਮੁਖ ਆਏ ਚੱਲੇ। ਔਦ ਕਹਿੰਦੀ ਆ ਅਯੁੱਧਿਆ ਨੂੰ, ਕਹਿੰਦੇ ਅਵਧ ਅਯੁੱਧਿਆ ਦੇ ਵਾਸੀ, ਪ੍ਰਯਾਗ ਦੇ ਵਾਸੀ, ਦਿੱਲੀ ਦੇ ਵਿੱਚ ਰਹਿਣ ਵਾਲੇ, ਜਿੱਥੇ ਜਿੱਥੇ ਬ੍ਰਾਹਮਣਾਂ ਨੂੰ ਪਤਾ ਲੱਗਿਆ ਇਹ ਗੱਲ ਸੁਣੀ ਹੈ, ਇਹ ਸਾਰੇ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਚੱਲ ਪਏ ਜੀ। ਕਸ਼ਮੀਰ ਲਾਹੌਰ ਜੇ ਔਰ ਕਨੇ, ਬਹੁ ਥਾਵਨ ਕੇ ਨਹਿ ਥਾਏ ਨਹਿ ਸੋਏ ਗਨੇ। ਗੱਲ ਮੁਕਾਓ ਕਿ ਜਿੱਥੇ ਜਿੱਥੇ ਕਿ ਆਵਾਜ਼ ਪਹੁੰਚ ਗਈ ਹੈ ਮੈਂ ਗਿਣਤੀ ਨਹੀਂ ਕਰ ਸਕਦਾ। ਕਹਿਣ ਲੱਗੇ ਕਸ਼ਮੀਰ ਵਾਲੇ, ਲਾਹੌਰ ਵਾਲੇ, ਚੜ੍ਹਦੇ ਵਾਲੇ, ਸ਼ਿਵ ਦੇ ਵਾਲੇ, ਚਾਰਾਂ ਹੀ ਦਿਸ਼ਾਵਾਂ ਦੇ ਲੋਕ, ਇਹ ਬ੍ਰਾਹਮਣ ਲੋਕ ਮਾਇਆ ਲੈਣ ਵਾਸਤੇ 10ਵੇਂ ਪਾਤਸ਼ਾਹ ਵੱਲ ਆਉਣ ਲੱਗੇ ਜੀ। ਇਤ ਬੇਦਨ ਕੇ ਦਿਜ ਆਵਤ ਹੈ, ਪੁਰੇ ਆਨੰਦ ਮਾਨਹਿ ਪਾਵਤ ਹੈ। ਇਸ ਤਰ੍ਹਾਂ ਬਿਤ ਬੇਦਨ ਕੇ, ਵੇਦਾਂ ਦੇ ਬੇਤੇ ਬਖਤੇ, ਵੇਦਾਂ ਨੂੰ ਪੜ੍ਹਨ ਵਾਲੇ, ਜਾਣਨ ਵਾਲੇ ਹੁਣ ਆਨੰਦਪੁਰ ਸਾਹਿਬ ਦੇ ਵੱਲ ਆਦਰ ਮਾਣ ਲੈਣ ਲਈ ਪਹੁੰਚਣ ਲੱਗੇ। ਦੋਹਰਾ ਬੇਤਾ ਵਿਦਿਆ ਸਕਲ ਕੇ, ਸੋ ਆਵਤ ਚਿਤ ਚਾਏ। ਕਦਰ ਸ਼ਨਾਸੀ ਸਤਿਗੁਰੂ ਦੇਹੇ ਦਰਬ ਸਮੁਦਾਈ। ਇਹ ਵੀ ਗੱਲ ਫੈਲ ਚੁੱਕੀ ਸੀ ਨਾ ਕਿ ਸਤਿਗੁਰਾਂ ਨੇ ਕਵੀਆਂ ਨੂੰ ਬੇਅੰਤ ਮਾਇਆ ਬਖਸ਼ੀ ਸੀ। ਸਤਿਗੁਰਾਂ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ ਹੈ। ਬਹੁਤ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ 'ਚ ਆਉਂਦੀ ਸੀ। ਇਸ ਕਰਕੇ ਹੁਣ ਇਹਨਾਂ ਨੇ ਸੋਚਿਆ ਕਿ ਜਿਵੇਂ ਕਵੀਆਂ ਨੂੰ ਮਾਇਆ ਦਿੰਦੇ ਸੀ, ਹੁਣ ਸਾਨੂੰ ਬ੍ਰਾਹਮਣਾਂ ਨੂੰ ਵੀ ਦੇਣਗੇ। ਬੜੇ ਕਦਰ ਕਰਦੇ ਆ ਸਤਿਗੁਰੂ ਸਾਰੇ ਗੁਣੀਆਂ ਦੀ, ਬਹੁਤ ਮਾਇਆ ਵੰਡਦੇ ਹਨ। ਤਕ ਛੰਦ ਕਿਹ ਲੌਗਨੀਐ ਦਿਜ ਆਏ ਗਏ, ਪੁਰ ਆਨੰਦ ਮੈਂ ਬਿਸ਼ਰਾਮ ਕੀਏ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਕਵੀ ਕਹਿੰਦਾ ਮੈਂ ਕਿੱਥੋਂ ਤੱਕ ਗਿਣ ਕੇ ਦੱਸਾਂ ਕਿਤਨੇ ਬ੍ਰਾਹਮਣ ਆਨੰਦਪੁਰੀ ਵਿੱਚ ਇਕੱਤਰ ਹੋ ਗਏ ਜੀ। ਸਭ ਚਾਵਰ ਚੂਨ ਕਿਰਧਾਰਤ ਹੈ, ਲਹਿ ਕਰ ਭੋਜਨ ਕੋ ਦਰਸ਼ਨ ਚਹੈ। ਹੁਣ ਕਈ ਆ ਕੇ ਬ੍ਰਾਹਮਣ ਕਹਿਣ ਲੱਗੇ ਵੀ ਸਾਨੂੰ ਸੁੱਕਾ ਰਾਸ਼ਨ ਦੇ ਦਿਓ ਜੀ, ਅਸੀਂ ਤਾਂ ਆਪਣਾ ਭੋਜਨ ਆਪ ਹੀ ਤਿਆਰ ਕਰਾਂਗੇ। ਕਈ ਤਾਂ ਰਾਸ਼ਨ ਲੈ ਕੇ ਆਪਦਾ ਭੋਜਨ ਤਿਆਰ ਕਰਕੇ ਖਾਣ ਲੱਗੇ, ਕਈ ਮਾਇਆ ਮੰਗਣ ਲੱਗੇ। ਸਤਿਗੁਰੂ ਸਭ ਦੀਆਂ ਇੱਛਾ ਪੂਰੀਆਂ ਕਰਨ ਲੱਗੇ। ਤਿਜ ਪੁੰਜਹਿ ਪੁੰਜ ਸੋ ਡੇਰ ਕੀਏ, ਬਿਨ ਵਿਦਿਆ ਸ਼ਬਦ ਮਿਲੰਤ ਭਈ। ਵਿਦਿਆ ਸਵਿਦਿਆ, ਪੜ੍ਹੇ ਤੇ ਅਨਪੜ੍ਹ ਸਾਰੇ, ਸਵਿਦਿਆ ਹੁੰਦੀ ਹੈ ਵਿਦਿਆ ਸਾਹਿਤ,
ਤੇ ਵਿਦਿਆ, ਕੋਈ ਵਿਦਿਆ ਪੜ੍ਹਿਆ ਹੋਇਆ, ਕੋਈ ਬਿਨਾ ਪੜ੍ਹਿਆ ਹੋਇਆ। ਸਾਰੇ ਬ੍ਰਾਹਮਣਾਂ ਦੇ ਇੱਥੇ ਤੰਬੂ ਹੀ ਤੰਬੂ ਲਾਗੇ, ਪੁੰਜ ਹੁੰਦੇ ਆ ਬਹੁਤ ਸਾਰੇ ਬ੍ਰਾਹਮਣਾਂ ਦੇ ਡੇਰੇ ਪੈ ਗਏ, ਤੰਬੂ ਲਾਗੇ, ਵਿੱਚੇ ਪੜ੍ਹੇ ਅਣਪੜ੍ਹੇ ਸਭ ਬ੍ਰਾਹਮਣ ਇਕੱਤਰ ਹੋ ਗਏ ਜੀ। ਪਰਖੈ ਇਨ ਕੋ ਇਮਠਾਨ ਮਨੰ ਗੁਰ ਆਇਸ ਦੀਨ ਮਹਾਨ ਜਨੰ। ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਦੇ ਵਿੱਚ ਧਰਮ ਕਾਇਮ ਕਰਨਾ ਹੈ, ਤੇ ਡਾਕਟਰ ਦਵਾਈ ਦੇਣ ਤੋਂ ਪਹਿਲਾਂ ਬਿਮਾਰੀ ਦੀ ਖੋਜ ਕਰਦਾ ਕਿ ਬਿਮਾਰੀ ਹੈ ਕਿੱਥੇ। ਪਹਿਲਾਂ ਦਵਾਈ ਦੀ ਗੱਲ ਤਾਂ ਬਾਅਦ ਚ ਹੁੰਦੀ ਹੈ, ਪਹਿਲਾਂ ਲੱਛਣ ਦੇਖਦਾ ਬਿਮਾਰੀ ਦੇ ਕਿ ਇਹ ਚ ਲੱਛਣ ਕੀ ਹੈ ਮਰੀਜ਼ ਦੇ ਵਿੱਚ, ਔਰ ਇਹ ਲੱਛਣ ਕਿਹੜੀ ਬਿਮਾਰੀ ਦੇ ਹੋ ਸਕਦੇ ਆ, ਫਿਰ ਉਸ ਦਾ ਇਲਾਜ ਵੀ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਰਾਮ ਰਾਏ ਦੇ ਮਸੰਦਾਂ ਨੂੰ ਤੇਲ ਵੀ ਸਾੜਿਆ ਸੀਗਾ, ਉੱਥੇ ਵੀ ਇਹ ਬਿਮਾਰੀ ਸੀ ਕਿ ਉਹਨਾਂ ਅੰਦਰ ਲਾਲਚ ਪੈਦਾ ਹੋ ਗਿਆ ਸੀ ਰਾਮ ਰਾਏ ਦੇ ਸਰੀਰ ਨੂੰ ਜਾਣ ਬੁੱਝ ਕੇ ਸਾੜ ਕੇ ਉੱਥੋਂ ਦਾ ਡੇਰਾ ਸੰਭਾਲਣ ਦਾ। ਤੋ ਧਰਮ ਲੋਕਾਂ ਦੇ ਵਿੱਚ ਖਤਮ ਹੋ ਜਾਂਦਾ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਆ ਕੇ ਦੇਖਿਆ, ਜਗ੍ਹਾ ਜਗ੍ਹਾ ਤੇ ਗਏ ਤਾਂ ਉਹਨਾਂ ਨੇ ਵੀ ਦੇਖਿਆ ਬ੍ਰਾਹਮਣ ਨਾਵੇ ਜੀਆਂ ਘਾਏ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ, ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਵੰਦ। ਜੇ ਰਾਜਿਆਂ ਵੱਲ ਨਿਗਾਹ ਮਾਰੀ ਤੇ ਰਾਜੇ ਵੇਖੇ ਜਨਤਾ ਨੂੰ ਲੁੱਟਦੇ ਹੋਏ, ਰਾਜੇ ਸ਼ੀਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ ਦੇ ਮਹਾਵਾਕ ਅਨੁਸਾਰ। ਮੁਕੱਦਮ ਹੁੰਦੇ ਆ ਉਹਨਾਂ ਦੇ ਹੇਠਲੇ ਬੰਦੇ, ਛੋਟੇ ਸਿਪਾਹੀ ਮੰਤਰੀ ਸੰਤਰੀ ਵਗੈਰਾ, ਇਹ ਸਾਰੇ ਹੀ ਜਿਹੜੇ ਸਨ ਸੰਸਾਰ ਨੂੰ ਲੁੱਟਣ ਤੇ ਲੱਗੇ ਹੋਏ ਸਨ। ਇਸ ਕਰਕੇ ਸੰਸਾਰ ਦੇ ਵਿੱਚ ਇਦਾਂ ਦੇ ਅਨੇਕਾਂ ਹੀ ਲੋਕ ਪੈਦਾ ਹੋ ਗਏ ਜਿਨ੍ਹਾਂ ਦੇ ਅੰਦਰੋਂ ਧਰਮ ਜਿਹੜਾ ਉਹ ਖਤਮ ਹੋ ਗਿਆ ਹੈ। ਹੁਣ ਕੀ ਹੋਇਆ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਇਹਨਾਂ ਬ੍ਰਾਹਮਣਾਂ ਨੂੰ ਪਰਖਣ ਦੀ ਸਲਾਹ ਕੀਤੀ ਹੈ। ਬਿਜ ਪੁੰਜਹਿ ਪੁੰਜ ਪੁੰਜ ਸੋ ਢੇਰ ਕੀਏ ਬਿਨ ਵਿਦਿ ਸਬਿਦ ਬਿਲੰਤ ਭਈ। ਇਸ ਤਰ੍ਹਾਂ ਬਹੁਤ ਸਾਰੇ ਡੇਰੇ ਲਾਗੇ, ਭਾਵ ਤੰਬੂ ਲਾਗੇ ਸਭ ਬ੍ਰਾਹਮਣਾਂ ਦੇ, ਬਹੁਤ ਸਾਰੇ ਝੁੰਡ ਇਕੱਠੇ ਹੋ ਗਏ। ਕੋਈ ਪੜ੍ਹੇ ਹਨ, ਕੋਈ ਗਿਆਨੀ ਆ, ਕੋਈ ਵਿਗਿਆਨੀ ਆ, ਕੋਈ ਅਨਪੜ੍ਹ ਹਨ। ਪਰਖੈ ਇਨ ਕੋ ਇਮਠਾਨ ਮਨੰ ਗੁਰ ਆਇਸ ਦੀਨ ਮਹਾਨ ਜਨੰ। ਤਾਂ ਆਪਣੇ ਸਿੱਖਾਂ ਨੂੰ ਸਤਿਗੁਰਾਂ ਨੇ ਇੱਕ ਹੁਕਮ ਦਿੱਤਾ ਹੈ, ਸੇਵਕਾਂ ਨੂੰ, ਵੱਡੇ ਭਾ ਭਾਈ ਆਨੰਦ ਚੰਦ ਵਰਗਿਆਂ ਨੂੰ, ਜੋ ਗੁਰੂ ਘਰ ਦੇ ਰਹੁ ਰੀਤਾਂ ਨੂੰ ਸਭ ਜਾਣਦੇ ਆ ਔਰ ਗੁਰੂ ਦੇ ਇਸ਼ਾਰਿਆਂ ਨੂੰ ਵੀ ਜਿਹੜੇ ਸਮਝਦੇ ਆ, ਉਹਨਾਂ ਨੂੰ ਇੱਕ ਹੁਕਮ ਲਾਇਆ ਇਹਨਾਂ ਬ੍ਰਾਹਮਣਾਂ ਦੇ ਵਿੱਚ ਕਿੰਨਾ ਕੁ ਧਰਮ ਹੈ ਇਹ ਪਰਖਣ ਦੇ ਲਈ। ਗਨ ਭੋਜਨ ਪਾਕ ਅਨੇਕ ਕਰੋ, ਮਿਸ਼ਟਾਨ ਸਲਾਉਨ ਹੈ ਸਵਾਦ ਧਰੋ। ਲਓ ਵੀ ਸਿੱਖੋ, ਇੱਕ ਵੱਡਾ ਸਾਰਾ ਲੰਗਰ ਤਿਆਰ ਕਰੋ। ਬਹੁਤ ਸਾਰੇ ਬ੍ਰਾਹਮਣ ਆ ਗਏ ਹਨ। ਇੱਕ ਪਾਸੇ ਜਿਹੜਾ ਹੈ ਲੰਗਰ ਤਿਆਰ ਕਰੋ, ਮਿੱਠਾ, ਖੀਰ, ਕੜਾਹ, ਲੂਣ, ਮਿਰਚਾਂ ਪਾ ਕੇ ਸਬਜ਼ੀਆਂ, ਤਰਾਰੀਆਂ ਆਦਿ। ਸੁਨ ਆਇਸ ਬ੍ਰਿੰਦ ਮਸੰਦ ਲੱਗੇ, ਨਿਸਬਾਸਰ ਮੈਂ ਚਿਰਕਾਲ ਜਗੀ। ਔਰ ਆਗਿਆ ਲੈ ਕਰਕੇ ਦਿਨ ਰਾਤ ਗੁਰੂ ਕੇ ਸੇਵਕ ਮਸੰਦ ਭਾਵ ਗੁਰੂ ਘਰ ਨਾਲ ਜੁੜੇ ਹੋਏ ਆ, ਉਹਨਾਂ ਨੇ ਭੋਜਨ ਬਣਾਉਣੇ ਤਿਆਰ ਕੀਤੇ ਜੀ। ਕਰ ਭੋਜਨ ਤਿਆਰ ਅਨੇਕ ਵਿਧੀ, ਧਰ ਲਾਏ ਅੰਬਾਰ ਬਨੰਤ ਸਿੱਧੀ। ਇਸ ਤਰ੍ਹਾਂ ਭੋਜਨ ਤਿਆਰ ਕਰਕੇ, ਇੱਥੇ ਭੋਜਨ ਤੋਂ ਭਾਵ ਹੈ ਮਠਿਆਈਆਂ, ਤਾਂ ਮਠਿਆਈਆਂ ਤਿਆਰ ਕਰਕੇ ਕਮਰੇ ਭਰ ਦਿੱਤੇ। ਭਰ ਕੋਸ਼ਟ ਮੋਦਕ ਸੰਗ ਕਨੇ, ਗਨ ਪੂਪਨ ਪਾਕ ਸੁਕੌਨ ਗਨੇ। ਕੌਣ ਦੱਸੇ ਕਿੰਨਾ ਕੁਝ ਬਣਾਇਆ ਗੁਰੂ ਕੀਆਂ ਫੌਜਾਂ ਨੇ, ਸਿੱਖਾਂ ਨੇ। ਕੋਠੇ ਭਰਤੇ ਮੋਦਕ ਲੱਡੂਆਂ ਦੇ ਔਰ ਪੂੜਿਆਂ ਦੇ, ਪੂੜੀਆਂ ਦੇ। ਭਰਪੂਰ ਕਚੌਰ ਮਸਾਲਨ ਤੇ, ਕਰ ਲੀਨ ਬਰੇ ਦਧੀ ਡਾਲਨ ਤੇ। ਔਰ ਪੂੜੀਆਂ, ਕਚੌਰੀਆਂ ਔਰ ਦਹੀਂ ਦੇ ਵਿੱਚ ਗੁਰੂ ਪਿਆਰਿਓ ਲੂਣ ਮਿਰਚਾਂ ਪਾ ਕਰਕੇ ਜਿਹੜਾ ਹੈ ਰਾਇਤੇ ਤਿਆਰ ਕੀਤੇ ਗਏ। ਮਿਰਚਾ ਗਨ ਜੀਰਕ ਤੇ ਧਨੀਆ, ਕ੍ਰਿਤ ਤੇ ਸਭ ਪਾਕ ਭਲੋ ਬਨੀਆਂ। ਇਸ ਤਰ੍ਹਾਂ ਪਾਤਸ਼ਾਹ ਲਿਖਦੇ ਹਨ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ। ਸਾਰੇ ਭੋਜਨ ਦੇਸੀ ਘਿਓ ਦੇ ਨਾਲ ਤਿਆਰ ਕਰਨੇ ਕੀਤੇ ਜੀ। ਨਰ ਸ਼ੰਕਰ ਨੀਤ ਬਨਾਵਤ ਹੈ, ਕਰ ਕੂਸ਼ਠ ਪੂਰ ਟਿਕਾਵਤ ਹੈ। ਗੁਰੂ ਦਾ ਹੁਕਮ ਸੀ ਕਿ ਬਣਾ ਕੇ ਤਿਆਰ ਕਰਕੇ ਰੱਖੋ, ਫਿਰ ਲੰਗਰ ਚਲਾਵਾਂ ਇਕੱਠਾ ਹੀ ਆਪਾਂ। ਬਹੁ ਕੀਨ ਤਿਹਾਵਲ ਤਿਆਰ ਜਬੈ, ਸਭ ਕੋ ਬੁਲਵਾਏ ਸੋ ਲੀਨ ਤਬੈ। ਔਰ ਫਿਰ ਕੜਾਹ ਪ੍ਰਸ਼ਾਦ ਦਾ ਵੀ ਕੜਾਹੇ ਭਰ ਕੇ ਤਿਆਰ ਕੀਤੇ ਗਏ। ਜੋ ਸਾਰੇ ਭੋਜਨ ਤਿਆਰ ਹੋ ਗਏ, ਜਿਹੜੇ ਬ੍ਰਾਹਮਣ
ਮਾਇਆ ਦੇ ਲਾਲਚ ਵਿੱਚ ਆ ਕੇ ਡੇਰੇ ਪਾ ਕੇ ਬੈਠੇ ਸਨ, ਉਹਨਾਂ ਨੂੰ ਸੱਦਾ ਦਿੱਤਾ ਹੈ ਜੀ। ਸਵਈਆ ਛੰਦ ਪਠਿਓ ਮੇਵੜਾ ਸ੍ਰੀ ਕਲਗੀਧਰ, ਤਿਸਨੇ ਉੱਚੇ ਭਨਿਓ ਸੁਨਾਏ। ਹੁਕਮ ਕਰਿਓ ਸ੍ਰੀ ਸਤਿਗੁਰੂ ਪੂਰੇ, ਸੁਨ ਬੇਜੋਗ ਵਿਪਰ ਸਮੁਦਾਈ। ਔਰ ਮੇਵੜਾ ਅਰਦਾਸੀਆ ਭਾਵ ਗੁਰੂ ਕਾ ਸਿੱਖ ਇਹਨਾਂ ਡੇਰਿਆਂ ਦੇ ਕੋਲ ਜਾਂਦਾ ਹੈ ਔਰ ਉੱਚੀ ਆਵਾਜ਼ ਦੇ ਨਾਲ ਕਹਿੰਦਾ, ਓ ਬਈ ਬ੍ਰਾਹਮਣ ਲੋਗੋ, ਮੈਨੂੰ ਗੁਰੂ ਸਾਹਿਬ ਨੇ ਭੇਜਿਆ, ਉਹਨਾਂ ਦਾ ਹੁਕਮ ਸੁਣ ਲਓ। ਖੀਰ ਖੰਡ ਜੋ ਖਾਏ ਆਹਾਰੈ, ਪੰਜ ਰਜਤ ਪਣ ਸੋ ਅਬ ਪਾਏ। ਔਰ ਲੰਗਰ ਤਿਆਰ ਹੈ, ਲੰਗਰ ਛਕਣਾ ਸ਼ੁਰੂ ਕਰੋ, ਚੱਲ ਕੇ ਪੰਗਤਾਂ ਲਾਓ। ਪਰ ਨਾਲ ਇੱਕ ਗੱਲ ਸੁਣ ਲਓ, ਜਿਹੜਾ ਤਾਂ ਬੈਠੇਗਾ ਵੈਸ਼ਨੂੰ ਭੋਜਨ ਦੇ ਵਿੱਚ, ਜਿਹਦੇ ਵਿੱਚ ਖੀਰ ਖੰਡ ਪ੍ਰਸ਼ਾਦੇ ਦਾਲਾਂ ਸਬਜ਼ੀਆਂ ਹੋਣਗੀਆਂ, ਉਹਨੂੰ 5 ਰੁਪਏ ਚਾਂਦੀ ਦੇ ਮਿਲਣਗੇ ਜੀ। ਮਿਖ ਅਚਵੈ ਪੰਚ ਅਸਰਫੀ, ਗੁਰ ਢਿਗ ਤੇ ਲੈ ਸਦਨ ਸਿਧਾਈ। ਔਰ ਦੂਜੇ ਪਾਸੇ ਜਿਹੜਾ ਹੈ ਮਾਸ ਦਾ ਵੀ ਲੰਗਰ ਤਿਆਰ ਹੋਇਆ ਹੈ। ਆਮਿਖ ਕਹਿੰਦੇ ਆ ਮਾਸ ਨੂੰ, ਮਾਸ ਵੀ ਤਿਆਰ ਕੀਤਾ ਗਿਆ ਹੈ। ਜਿਹੜਾ ਮਾਸ ਛਕੇਗਾ ਉਸ ਨੂੰ ਅਸੀਂ 5 ਮੋਹਰਾਂ ਸੋਨੇ ਦੀਆਂ ਦੇਣੀਆਂ ਕਰਾਂਗੇ ਤੇ ਲੈ ਕੇ ਭਾਈ ਆਪਣੀ ਦਛਨਾ ਜਾਓ ਘਰਾਂ ਨੂੰ। ਬਹੁਤ ਬਾਰ ਸਭ ਹੂਨ ਸੁਨਾਇਓ, ਦੁਐ ਪੰਕਤ ਭਾਰ ਦੀਨ ਬਿਠਾਏ। ਇਸ ਤਰ੍ਹਾਂ ਇਹ ਸਿੱਖ ਨੇ ਗੁਰੂ ਕਾ ਇਹ ਹੁਕਮ ਉੱਚੀ ਬੋਲ ਕਰਕੇ ਸਾਰੀਆਂ ਬ੍ਰਾਹਮਣਾਂ ਨੂੰ ਚੰਗੀ ਤਰ੍ਹਾਂ ਸੁਣਾਉਣਾ ਕੀਤਾ ਹੈ। ਲੋਭ ਗ੍ਰਸੇ ਬਹੁ ਵਿਪਰੀ ਹਰੀ, ਮਤ ਮਾਸ ਅਸਨ ਕੋ ਮਨ ਜਲ ਲਲਚਾਏ। ਹੁਣ ਇੱਥੇ ਪਾਤਸ਼ਾਹ ਨੇ ਪਰਖਣਾ ਸੀ ਬ੍ਰਾਹਮਣਾਂ ਵਿੱਚ ਧਰਮ ਕਿੰਨਾ ਕੁ ਬਾਕੀ ਰਹਿ ਗਿਆ ਹੈ, ਕੀ ਆਪਣੇ ਧਰਮ ਤੇ ਖੜੇ ਹੈ ਕਿ ਨਹੀਂ ਖੜੇ। ਇੱਕ ਵਾਰੀ ਸਾਨੂੰ ਸਿੱਖਾਂ ਨੂੰ ਵੀ ਪਰਖਿਆ ਸੀਗਾ, ਕੜਾਹ ਪ੍ਰਸ਼ਾਦ ਦਾ ਬਣਾ ਕਰਕੇ ਨਾ ਕੜਾਹਾ ਤੇ ਧਰ ਦਿੱਤਾ ਠੰਡਾ ਕਰਕੇ, ਤੇ ਸਿੱਖਾਂ ਨੂੰ ਕਹਿੰਦੇ ਲਓ ਵੀ ਲੁੱਟ ਲਓ ਅੱਜ। ਤੇ ਬਹੁਤ ਸਾਰੇ ਸਿੱਖ ਜਾ ਕੇ ਕੜਾਹੇ ਲੁੱਟਣ ਲੱਗ ਪਏ, ਕੜਾਹ ਪ੍ਰਸ਼ਾਦ ਦੇ ਬੁੱਕ ਭਰ ਭਰ ਕੇ ਛਕਣ ਲੱਗੇ। ਪਰ ਇੱਕ ਸਿੱਖ ਜਿਹੜਾ ਸੀ ਉਹ ਸਾਈਡ ਤੇ ਬੈਠਾ ਰਿਹਾ, ਚੌਂਕੜਾ ਮਾਰ ਕੇ ਦੇਖੀ ਗਿਆ। ਪਾਤਸ਼ਾਹ ਕਹਿਣ ਲੱਗੇ ਵੀ ਤੂੰ ਕਿਉਂ ਨਹੀਂ ਲੁੱਟਦਾ। ਕਹਿੰਦਾ ਨਹੀਂ ਮਹਾਰਾਜ, ਜਿਹੜਾ ਭਾਗਾਂ 'ਚ ਹੋਇਆ ਇੱਥੇ ਮਿਲ ਜਾਣਾ ਹੈਗਾ। ਕਹਿੰਦੇ ਤੇਰੇ ਵਰਗੇ ਸੰਤੋਖੀ ਵੀ ਹੋਣੇ ਚਾਹੀਦੇ ਆ। ਇਹ ਸਤਿਗੁਰ ਸਮੇਂ ਸਮੇਂ ਤੇ ਕੌਰ ਕਰਦੇ ਸਨ ਦੁਨੀਆ ਨੂੰ ਪਰਖਣ ਵਾਸਤੇ, ਫਿਰ ਜਿਹੜੀ ਬਿਮਾਰੀ ਸੀ ਉਸ ਦਾ ਇਲਾਜ ਵੀ ਕਰਦੇ ਸਨ। ਅਸਲ ਦੇ ਵਿੱਚ ਸਤਿਗੁਰਾਂ ਨੇ ਪਰਖਣ ਦੇ ਵਾਸਤੇ ਇਹਨਾਂ ਬ੍ਰਾਹਮਣਾਂ ਨੂੰ ਇਹ ਕਿੰਨਾ ਕੁ ਆਪਣੇ ਧਰਮ ਤੇ ਖੜੇ ਹਨ, ਤਾਂ ਗੁਰੂ ਪਿਆਰਿਓ ਇਹਨਾਂ ਨੂੰ ਹੁਕਮ ਦਿੱਤਾ ਹੈ, ਜਿਹੜਾ ਮਾਸ ਵਾਲੀ ਪੰਗਤ ਵਿੱਚ ਬੈਠੇਗਾ, ਜਿੱਧਰ ਮੀਟ ਬਣਿਆ ਹੈ ਉਹਨਾਂ ਨੂੰ 5 ਮੋਹਰਾਂ ਸੋਨੇ ਦੀਆਂ ਦਿੱਤੀਆਂ ਜਾਣਗੀਆਂ, ਤੇ ਜਿਹੜਾ ਕੜਾਹ ਪ੍ਰਸ਼ਾਦ ਖੀਰ ਵਾਲੇ ਪਾਸੇ ਬੈਠੇਗਾ ਉਹਨੂੰ 5 ਰੁਪਏ ਦੇਵਾਂਗੇ। ਗੱਲ ਮੁਕਾਓ। ਧਰਮ ਸ਼ੋਰ ਕਰ ਥਿਰੇ ਆਨ, ਤਹ ਜਹਾਂ ਮੋਹਰ ਕੋ ਪੰਚ ਅਲਾਈ। ਤੇ ਛੱਡ ਕੇ ਆਪਣਾ ਧਰਮ ਸਾਰੇ ਰੁਪਈਆਂ ਵਾਲੇ ਪਾਸੇ ਨਹੀਂ, ਮਾਸ ਵਾਲੇ ਪਾਸੇ ਬੈਠ ਗਏ, ਜਿੱਧਰ ਸਿੱਖ ਨੇ ਉੱਚੀ ਕਿਹਾ ਸੀਗਾ ਜਿਹੜਾ ਭਾਈ ਮਾਸ ਛਕੇਗਾ ਉਸ ਨੂੰ 5 ਮੋਹਰਾਂ ਦੇਵਾਂਗੇ। ਬਹੁਤੇ ਉਧਰ ਬੈਠ ਗਏ ਜੀ। ਹੀਰ ਖਾਨ ਹਿਤ ਰਹੇ ਅਲਪ ਹੀ, ਜਾਣਿਓ ਜਿਨਹੁ ਪ੍ਰਲੋਕ ਗਵਾਏ। ਜਿਨ੍ਹਾਂ ਨੇ ਧਰਮ ਨੂੰ ਜਾਣਿਆ ਸੀਗਾ, ਜਿਨ੍ਹਾਂ ਨੇ ਆਪਣੇ ਧਰਮ ਨੂੰ ਸੰਭਾਲਿਆ ਸੀਗਾ, ਉਹ ਬਹੁਤ ਥੋੜੇ ਨਿਕਲੇ ਜਿਹੜੇ ਵੈਸ਼ਨੂੰ ਭੋਜਨ ਵਾਲੇ ਪਾਸੇ ਬੈਠੇ ਸਨ। ਮਿਖ ਹਾਰੀ ਭਏ ਹਜ਼ਾਰੋਂ, ਥਿਰ ਪੰਕਤ ਕਰ ਕਹਿ ਵਰਤਾਏ। ਔਰ ਮਾਸ ਖਾਣ ਵਾਲੇ ਤਾਂ ਹਜ਼ਾਰਾਂ ਹੀ ਹੋ ਗਏ, ਲੈਣਾ ਲੱਗ ਗਈਆਂ। ਤੇ ਜੋ ਸ਼ਿਕਾਰ ਖੇਡ ਕੇ ਸਿੰਘ ਆਉਂਦੇ ਸਨ ਉਹ ਸਾਰਾ ਭੋਜਨ ਤਿਆਰ ਕੀਤਾ ਗਿਆ ਮਾਸ ਦਾ, ਤਾਂ ਗੁਰੂ ਪਿਆਰਿਆ ਲੈਣਾ ਲੱਗ ਗਿਆ। ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਦਿਸ਼ ਗਨ ਪਕਵਾਨ ਪਰੋਸੇ, ਜੇ ਬਹੁ ਦਿਨ ਕੇ ਰੱਖੇ ਬਣਾਏ। ਔਰ ਦੂਜੇ ਪਾਸੇ ਕੁਝ ਥੋੜੇ ਜਿਹੇ ਪੰਡਤ ਬੈਠੇ ਆ ਲੈਣਾ ਲਾ ਕੇ, ਉਹਨਾਂ ਨੂੰ ਬਣਾਏ ਹੋਏ ਮਠਿਆਈ ਦੇ ਭੋਜਨ ਪਰੋਸਣੇ ਕੀਤੇ। ਦੋਨੋਂ ਪੰਕਤੀ ਕੋ ਮਨ ਪਾਵਤ, ਦੀਨ ਅਸਨ ਆਛੇ ਤ੍ਰਿਪਤਾਏ। ਔਰ ਦੋਨੇ ਪਾਸਿਆਂ ਨੂੰ ਰਜਾ ਕੇ ਭੋਜਨ ਛਕਾਇਆ ਗਿਆ। ਪਹਿਲਾਂ ਜਿੱਧਰ ਹਜ਼ਾਰਾਂ ਬ੍ਰਾਹਮਣ ਮਾਸ ਖਾਣ ਵਾਲੇ ਬੈਠ ਗਏ, ਉਹਨਾਂ ਨੇ ਖੂਬ ਰੱਜ ਕੇ ਕੁੱਖਾਂ ਕੱਢ ਕੇ ਮਾਸ ਖਾਧਾ। ਤੇ ਜਿਹੜੇ ਆਪਣੇ ਧਰਮ ਤੇ ਕਾਇਮ ਸਨ, ਜਿਨ੍ਹਾਂ ਨੇ ਮੋਹਰਾਂ ਦਾ ਲਾਲਚ ਨਹੀਂ ਕੀਤਾ, ਰੁਪਈਆਂ ਦੇ ਆਪਣੇ ਸਬਰ ਸੰਦੋਖ ਕੇ ਖੜੇ ਸਨ, ਉਹਨਾਂ ਨੇ ਗੁਰੂ ਪਿਆਰਿਓ ਮਠਿਆਈ ਖੀਰ ਕੜਾ ਆਦਿ ਛਕਣਾ ਕੀਤਾ ਜੀ। ਚੇਤਕ ਚਹਿਓ ਅਰਪ ਸਭਨ ਕੋ, ਜਲ ਤੇ ਚੁਰਾ ਕਰਿਓ ਸਮੁਦਾਈ। ਤੋ ਲੰਗਰ ਚੱਲਿਆ, ਜਿੰਨਾ ਚਿਰ ਕਿਸੇ ਨੇ ਛਕਣਾ ਛਕਿਆ, ਅਖੀਰ ਸਭ ਨੇ ਸਮਾਪਤੀ ਕੀਤੀ, ਸਭ ਨੂੰ ਚੂਲੀ ਕਰਵਾਈ ਗਈ, ਸਭ ਦੇ ਹੱਥ ਵਾਏ ਗਏ ਜੀ। ਪ੍ਰਭ ਸੋ ਭਨਿਓ ਸੁਨੋ, ਸ੍ਰੀ ਸਤਿਗੁਰ ਆਮਿਖ ਹਾਰੀ ਦਿਜ ਸਮੁਦਾਈ। ਤੇ ਫੇਰ ਪਾਤਸ਼ਾਹ ਕੋਲੇ ਸਿੱਖ ਆ ਗਏ, ਲੰਗਰੀ ਜਿਹੜੇ ਛਕਾਉਂਦੇ ਸਨ,
ਕਹਿੰਦੇ ਮਹਾਰਾਜ ਜੀ ਇਹ ਬਹੁਤੇ ਤਾਂ ਫਿਰ ਮਾਸ ਖਾਣ ਵਾਲੇ ਹੀ ਹਨ। ਤਿਨ ਤੇ ਅਲਪ ਅਚਿਓ ਪਕਵਾਨ ਹੈ ਅਵਸ਼ਦ ਦਛਨਾ ਕੋ ਥਿਰੇ ਸਬਾਈ। ਔਰ ਬਹੁਤ ਥੋੜੇ ਹੈ ਜਿਨ੍ਹਾਂ ਨੇ ਖੀਰ ਕੜਾਹ ਪ੍ਰਸ਼ਾਦ ਛਕਿਆ ਹੈ ਮਹਾਰਾਜ, ਉਹ ਤਾਂ ਬਹੁਤ ਥੋੜੇ ਹੈ, ਤੇ ਮਾਸ ਖਾਣ ਵਾਲੇ ਪਾਸੇ ਬਹੁਤ ਜ਼ਿਆਦਾ ਸੀ ਗਿਣਤੀ, ਹੁਣ ਇਹ ਦਛਨਾ ਮੰਗਦੇ ਹਨ। ਉਠ ਕਰ ਗਏ ਬਿਲੋਕਨ ਕੀਨੇ ਜਿਨਹੁ ਲੋਭ ਤੇ ਧਰਮ ਗਵਾਏ। ਸਤਿਗੁਰ ਪਾਤਸ਼ਾਹ ਜੀ ਸਰਵ ਕਲਾ ਸਮਰੱਥ ਅਨੇਕਾਂ ਹੀ ਤਰ੍ਹਾਂ ਦੇ ਕੌਤਕ ਕਰਕੇ ਸੰਸਾਰ ਨੂੰ ਗਿਆਨ ਦੇਣ ਵਾਲੇ। ਛਤਰੀ ਦਾ ਧਰਮ ਹੈ ਮਾਸ ਖਾ ਸਕਦਾ ਹੈ, ਪਰ ਜਿਹੜਾ ਬ੍ਰਾਹਮਣ ਹੈ ਜਿਸ ਨੇ ਬ੍ਰਹਮ ਵਿਦਿਆ ਨੂੰ ਪ੍ਰਾਪਤ ਕਰਨਾ ਹੈ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਹੈ, ਉਸ ਨੇ ਤਾਮਸੀ ਭੋਜਨ ਨਹੀਂ ਖਾਣੇਗੇ। ਪਰ ਬਾਹਰੋਂ ਬ੍ਰਾਹਮਣ